ਗੁੱਡ ਈਵਨਿੰਗ ਫਰੈਂਡਸ। ਅੱਜ ਆਪਾਂ ਸੈਕਸ਼ਨ 10 ਦੀ ਗੱਲ ਕਰਾਂਗੇ। ਸੈਕਸ਼ਨ 10 ਡੀਲ ਕਰਦਾ ਰੈਸ ਸਬਜੂਡਾਈਜ਼ ਦੇ ਨਾਲ। ਇਹਦੇ ਵਿੱਚ ਤਿੰਨ ਚੀਜ਼ਾਂ ਨੂੰ ਕੰਸੀਡਰ ਕਰਦੇ ਹਾਂ ਆਪਾਂ, ਆਬਜੈਕਟ, ਐਲੀਮੈਂਟ ਔਰ ਇਫੈਕਟਸ ਨੂੰ। ਆਬਜੈਕਟ ਕੀ ਹੈ? ਟੂ ਪ੍ਰੀਵੈਂਟ ਦ ਕੋਰਟ ਆਫ ਦ ਕੰਕਰੈਂਟ ਜੁਰਿਸਡਿਕਸ਼ਨ ਫॉर ਸਿਮਲਟੇਨੀਅਸਲੀ ਐਂਟਰਟੇਨਿੰਗ ਐਂਡ ਜੁਡੀਕੇਸ਼ਨ ਆਫ ਦ ਸੇਮ ਕੋਜ਼ ਆਫ ਐਕਸ਼ਨ ਬਿਟਵੀਨ ਦ ਪਾਰਟੀ। ਵੀ ਜਿਹੜਾ ਵੀ ਕੋਜ਼ ਆਫ ਐਕਸ਼ਨ ਪਹਿਲਾਂ ਤੋਂ ਚੱਲ ਰਿਹਾ ਉਹਦੇ ਨਾਲ ਦਾ ਹੀ ਸੇਮ ਪਾਰਟੀਜ਼, ਸੇਮ ਨੰਬਰ ਆਫ ਪਾਰਟੀਜ਼ ਹੋਣ, ਸੇਮ ਮੈਟਰ ਹੋਵੇ, ਸੇਮ ਫੈਕਟ ਇਨ ਇਸ਼ੂਜ਼ ਹੋਣ, ਉਹਦੇ ਨਾਲ ਦਾ ਰਿਲੇਟ ਸੇਮ ਕੇਸ ਜਿਹੜਾ ਹੈਗਾ ਸੇਮ ਹੀ ਜੂਰਿਸਡਿਕਸ਼ਨ ਦੇ ਵਿੱਚ ਰੋਕਣ ਲਈ ਇਹਦਾ ਆਬਜੈਕਟ ਬੇਸਿਕਲੀ ਇਹ ਹੈ ਕਿ ਸੇਮ ਹੀ ਤਰ੍ਹਾਂ ਦਾ ਕੇਸ ਬਾਰ-ਬਾਰ ਕੋਰਟ ਦੇ ਵਿੱਚ ਪੈਂਡੈਂਸੀ ਨੂੰ ਜਾਂ ਵਰਕਸ ਨੂੰ ਨਾ ਵਧਾਇਆ ਜਾਵੇ। ਉਸ ਚੀਜ਼ ਨੂੰ ਰੋਕਣ ਦੇ ਲਈ ਰੈਸ ਸਬਜੂਡਾਈਜ਼ ਦਾ ਕੰਸੈਪਟ ਹੈ। ਮੀਨ ਕਿ ਸਟੇ ਔਨ ਦਾ ਸੂਟ। ਸਬਸੀਕੁਐਂਟ ਜਿਹੜਾ ਸੂਟ ਫਾਈਲ ਹੋਇਆ ਹੋਊਗਾ ਉਹਦੀ ਪਾਰਟੀ ਲਾਇਬਲ ਹੁੰਦੀਆਂ ਨੇ ਡਿਸਕਲੋਜ਼ ਕਰਨ ਲਈ ਕਿ ਇਹਦੇ ਨਾਲ ਦਾ ਸੇਮ ਹੀ ਮੈਟਰ ਕਿਸੇ ਸੇਮ ਕੋਰਟ ਦੇ ਵਿੱਚ, ਜੂਰਿਸਡਿਕਸ਼ਨ ਵਾਲੀ ਕੋਰਟ ਦੇ ਵਿੱਚ ਪੈਂਡਿੰਗ ਪਿਆ। ਐਲੀਮੈਂਟਸ ਕੀ ਹੁੰਦੇ? ਇਹਦੇ ਵਿੱਚ ਦੋ ਸੂਟ ਹੋਣੇ ਚਾਹੀਦੇ। ਕਦੋਂ ਆਪਾਂ ਕਹਿੰਦੇ ਕਿ ਰੈਸ ਸਬਜੂਡਾਈਜ਼ ਐਪਲੀਕੇਬਲ ਹੋਊਗਾ? ਪਹਿਲੀ ਗੱਲ ਤਾਂ ਦੋ ਸੂਟਸ ਹੋਣੇ ਚਾਹੀਦੇ। ਸਬਸੀਕੁਐਂਟ ਮੈਟਰ ਜਿਹੜਾ ਮਤਲਬ ਸੈਕਿੰਡ ਮੈਟਰ ਪਾਇਆ ਹੋਇਆ ਔਰ ਡਾਇਰੈਕਟਲੀ ਜਾਂ ਸਬਸਟੈਂਸ਼ਲੀ ਜਿਹੜੇ ਉਹਦੇ ਫੈਕਟਸ ਹੈ ਉਹ ਪ੍ਰੀਵੀਅਸ ਸੂਟ ਦੇ ਨਾਲ ਰਿਲੇਟਡ ਹੋਣਗੇ। ਪਾਰਟੀ ਸੇਮ ਹੋਣਗੀਆਂ, ਟਾਈਟਲ ਸੇਮ ਹੋਊਗਾ। ਜਿਹੜੀ ਕੋਰਟ ਹੈ ਜਿਹੜੀ ਕੋਰਟ ਦੇ ਵਿੱਚ ਜੂਰਿਸਡਿਕਸ਼ਨ ਚੱਲ ਰਹੀ ਆ ਉਹ ਸੇਮ ਕੋਰਟ ਦੇ ਥਰੂ ਉਹ ਮੈਟਰ ਗ੍ਰਾਂਟ ਕਰਵਾ ਰਹੇ ਹੋਵਾਂਗੇ। ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਹਨਾਂ ਫੈਕਟਰਸ ਦੇ ਵਿੱਚ ਰੈਸ ਸਬਜੂਡਾਈਜ਼ ਐਪਲੀਕੇਬਲ ਹੁੰਦਾ। ਇੱਕ ਵਾਰ ਦੁਬਾਰਾ ਗੋ ਥਰੂ ਕਰ ਲੈਂਦੇ ਹਾਂ। ਸੂਟਸ ਦੋ ਹੋਣੇ ਚਾਹੀਦੇ ਨੇ। ਸਿਵਲ ਸੂਟ ਹੋਣ ਜਾਂ ਸਿਵਲ ਨੇਚਰ ਦੇ ਹੋਣ, ਡਜ਼ਨਟ ਮੈਟਰ। ਸਬਸੀਕੁਐਂਟ ਮੈਟਰ ਜਿਹੜਾ ਹੈਗਾ ਉਹ ਡਾਇਰੈਕਟਲੀ ਜਾਂ ਸਬਸਟੈਂਸ਼ਲੀ ਇਨ ਇਸ਼ੂ ਜਿਹੜਾ ਪ੍ਰੀਵੀਅਸ ਸੂਟ ਹੈ ਉਹਦੇ ਨਾਲ ਰਿਲੇਟਡ ਹੋਣਾ ਚਾਹੀਦਾ। ਪਾਰਟੀ ਸੇਮ ਹੋਣੀਆਂ ਚਾਹੀਦੀਆਂ। ਸੂਟ ਦਾ ਟਾਈਟਲ ਸੇਮ ਹੋਣਾ ਚਾਹੀਦਾ। ਕੋਰਟ ਦੀ ਜੂਰਿਸਡਿਕਸ਼ਨ ਸੇਮ ਹੋਣੀ ਚਾਹੀਦੀ। ਇਫੈਕਟ ਕੀ ਹੁੰਦਾ ਰੈਸ ਸਬਜੂਡਾਈਜ਼ ਦਾ? ਜਿਹੜਾ ਸਬਸੀਕੁਐਂਟ ਕੋਰਟ ਹੈ ਸ਼ੈਲ ਨੋਟ ਪ੍ਰੋਸੀਡ ਦ ਟਰਾਇਲ। ਇੱਥੇ ਵਰਡ ਸ਼ੈਲ ਯੂਜ਼ ਹੋਇਆ ਕਿ ਮਤਲਬ ਕੰਪਲਸ਼ਨ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਰੈਸ ਸਬਜੂਡਾਈਜ਼ ਦਾ ਮੈਟਰ ਹੈ ਤਾਂ ਕੋਰਟ ਉਹਨੂੰ ਅੱਗੇ ਪ੍ਰੋਸੀਡ ਨਹੀਂ ਕਰੇਗੀ। ਹੁਣ ਇਹਦੇ ਵਿੱਚ ਕੇਸ ਲਾਅ ਦੇਖ ਲੈਂਦੇ ਹਾਂ ਆਪਾਂ। ਇੱਕ ਹੈਗਾ ਮਨੋਹਰ ਲਾਲ ਵਰਸਸ ਸੇਠ ਹੀਰਾ ਲਾਲ, 1962 ਦਾ ਸੁਪਰੀਮ ਕੋਰਟ ਰੂਲਿੰਗ ਹੈ। ਇਹਦੇ ਵਿੱਚ ਹੈਲਡ ਕੀ ਕੀਤਾ ਗਿਆ ਸੀ ਕਿ ਜਿਹੜੀ ਸੈਕਸ਼ਨ 10 ਦੀ ਪ੍ਰੋਵੀਜ਼ਨਸ ਨੇ ਉਹ ਮੈਂਡੇਟਰੀ ਇਨ ਨੇਚਰ ਨੇ। ਇੱਕ ਨੈਕਸਟ ਦੇਖ ਲੈਂਦੇ ਹਾਂ ਰਾਧਾ ਦੇਵੀ ਵਰਸਸ ਦੀਪ ਨਾਰਾਇਣ ਵਾਲਾ। ਇਹ ਸੁਪਰੀਮ ਕੋਰਟ ਨੇ ਹੈਲਡ ਕੀਤਾ ਸੀ ਵੈਦਰ ਸਬਸੀਕੁਐਂਟ ਸੂਟ ਸ਼ੈਲ ਬੀ ਸਟੇਡ ਔਰ ਨੋਟ ਇਫ ਸੂਟ ਇਜ਼ ਡਿਕਰੀਡ ਔਰ ਐਡਜੂਡੀਕੇਟਡ ਡਿਸੀਜ਼ਨ, ਕਿ ਚਾਹੇ ਡਿਕਰੀਡ ਹੋਵੇ ਜਾਂ ਚੱਲ ਰਿਹਾ ਹੋਵੇ। ਇਫ ਸੂਟ ਫਾਈਲ ਡਿਊਰਿੰਗ ਦ ਪੈਂਡੈਂਸੀ ਓਨਲੀ ਦੈਨ ਦ ਸੈਕਸ਼ਨ 10 ਐਪਲੀਕੇਬਲ। ਅਗਰ ਸੂਟ ਡਿਊਰਿੰਗ ਦ ਪੈਂਡੈਂਸੀ ਆਫ ਦ ਪਾਇਆ ਜਾਵੇ, ਪੈਂਡੈਂਸੀ ਟੈਨਿਓਰ 'ਚ ਪਾਇਆ ਜਾਵੇ ਤਾਂ ਰੈਸ ਸਬਜੂਡਾਈਜ਼ ਐਪਲੀਕੇਬਲ ਹੋਊਗਾ। ਅਗਰ ਫੈਕਟ ਆਲਰੇਡੀ ਡਿਸਾਈਡਡ ਨੇ, ਪਹਿਲਾਂ ਕੋਰਟ ਨੇ ਡਿਸਾਈਡ ਕੀਤਾ ਤਾਂ ਰੈਸ ਜੂਡੀਕਾਟਾ ਐਪਲੀਕੇਬਲ ਹੋਏਗਾ ਸੈਕਸ਼ਨ 11। ਹੁਣ ਇਫੈਕਟ ਕੀ ਹੈ ਸੈਕਸ਼ਨ 10 ਦੇ? ਵੈਨ ਸੈਕਸ਼ਨ 10 note used by the party or suit is decreed if subsequent suit got decided before the previous suit। ਇਹਦੇ ਵਿੱਚ ਕੀ ਹੈ ਕਿ ਕਿਹੜੇ ਸੂਟ 'ਤੇ ਸਟੇ ਲੱਗ ਜਾਏਗਾ। ਲੈਟ ਸਪੋਜ਼ ਦੋ ਕੇਸਿਸ ਸੇਮ ਟਾਈਮ 'ਤੇ ਚੱਲ ਰਹੇ ਨੇ। ਜਦੋਂ ਜਿਹੜਾ ਮੰਨ ਲਓ ਇੱਕ ਕੇਸ ਚੱਲਾ ਆਪਣਾ 1 ਜਨਵਰੀ ਨੂੰ, ਇੱਕ ਪਿਆ 1 ਜਨਵਰੀ 19 ਨੂੰ, ਇੱਕ ਇੰਸਟੀਚਿਊਟ ਕੀਤਾ ਆਪਾਂ 1 ਜਨਵਰੀ 2020 ਨੂੰ। ਮੰਨ ਲਓ 2020 ਵਾਲਾ ਕੇਸ ਪਹਿਲਾਂ ਖਤਮ ਹੋ ਗਿਆ ਤਾਂ ਰੈਸ ਸਬਜੂਡਾਈਜ਼ ਕਿਹੜੇ ਕੇਸ 'ਤੇ ਲੱਗ ਜਾਏਗਾ? 2019 ਵਾਲੇ 'ਤੇ। ਇਹਦੇ ਵਿੱਚ ਇਹ ਨਹੀਂ ਮੈਟਰ ਕਰਦਾ ਕਿ ਸੂਟ ਕਿਹੜਾ ਪਹਿਲਾਂ ਫਾਈਲ ਹੋਇਆ, ਜਿਹੜਾ ਪਹਿਲਾਂ ਡਿਸਾਈਡ ਹੋਇਆ ਅਦਰ ਮੈਟਰ 'ਤੇ ਰੈਸ ਜੂਡੀਕਾਟਾ ਅਪਲਾਈ ਹੋ ਜਾਏਗਾ, ਰੈਸ ਸਬਜੂਡਾਈਜ਼ ਐਪਲੀਕੇਬਲ ਹੋ ਜਾਏਗਾ। ਆਪਾਂ ਦੇਖ ਵੀ ਲੈਂਦੇ ਇਹਦੇ ਵਿੱਚ ਵੀ ਇਹੀ ਲਿਖਿਆ ਇਫ ਸਬਸੀਕੁਐਂਟ ਸੂਟ ਗੋਟ ਡਿਕਲੇਅਰਡ before the previously instituted then the subsequent suit is decreed would be applicable as res judicata under section 11 against the previously instituted suit। ਕਿ ਜਦੋਂ ਇੱਕ ਵਾਰ ਕੋਈ ਵੀ ਸੂਟ ਪਹਿਲਾਂ ਡਿਸਾਈਡ ਹੋ ਗਿਆ, ਦੋ ਸੂਟ ਸਿਮਲਟੇਨੀਅਸਲੀ ਚੱਲ ਰਹੇ ਸੀ, ਸੇਮ ਮੈਟਰ ਦੇ, ਸੇਮ ਪਾਰਟੀ ਸੀ, ਸੇਮ ਟਾਈਟਲ ਸੀ, ਸਭ ਕੁਝ ਸੇਮ ਸੀਗਾ, ਜਿਹੜਾ ਸੂਟ ਪਹਿਲਾਂ ਡਿਸਾਈਡ ਹੋ ਗਿਆ ਦੂਸਰੇ 'ਤੇ ਰੈਸ ਜੂਡੀਕਾਟਾ ਦੀ ਤਰ੍ਹਾਂ ਐਪਲੀਕੇਬਲ ਹੋ ਜਾਏਗਾ। ਠੀਕ ਹੈ ਜੀ।